ਪ੍ਰਾਈਮ ਏਸ਼ੀਆ ਟੀਵੀ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਨਿੱਘਾ ਸਵਾਗਤ ਕਰਦੇ ਹਾਂ। ਪ੍ਰੋਗਰਾਮ ਪ੍ਰਾਈਮ ਡਿਸਕਸ਼ਨ ਵਿਦ ਜਤਿੰਦਰ ਪੰਨੂ ਵਿੱਚ ਮੈਂ ਹਾਂ ਨਵਜੀਤ। ਹਰ ਰੋਜ਼ ਦੀ ਤਰ੍ਹਾਂ ਖਬਰਾਂ ਤੇ ਚਰਚਾ ਕਰਨ ਲਈ ਮੇਰੇ ਨਾਲ ਨੇ ਸੀਨੀਅਰ ਪੱਤਰਕਾਰ ਜਤਿੰਦਰ ਪੰਨੂ ਜੀ। ਸਭ ਤੋਂ ਪਹਿਲਾਂ ਸਵਾਗਤ ਕਰਦੇ ਹਾਂ ਪੰਨੂ ਸਾਹਿਬ, ਬਹੁਤ ਬਹੁਤ ਸਵਾਗਤ ਜੀ। ਜੀ ਸ਼ੁਕਰੀਆ। ਪੰਨੂ ਸਾਹਿਬ, ਚੋਣ ਪ੍ਰਚਾਰ ਸਿਖਰਾਂ ਤੇ ਅਤੇ ਅੱਜ ਆਖਰਲਾ ਦਿਨ ਹੈ, ਉਮੀਦਵਾਰ ਭੱਜੇ ਦੌੜੇ ਫਿਰਦੇ ਨੇ। ਉਧਰਲੇ ਪਾਸੇ ਜੇਕਰ ਸਿਆਸਤ ਦੀ ਗੱਲ ਕੀਤੀ ਜਾਵੇ ਤਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰਾਂ ਨੇ ਸਿੱਖ ਸੰਤਾਂ ਨਾਲ ਮੁਲਾਕਾਤ ਕੀਤੀ ਹੈ। ਕਿਵੇਂ ਦੇਖਦੇ ਆ ਦੋਹੀਂ ਚੀਜ਼ਾਂ ਨੂੰ? ਪਹਿਲੀ ਗੱਲ ਤਾਂ ਇਹ ਕਿ ਅੱਜ ਚੋਣ ਪ੍ਰਚਾਰ ਕਾਨੂੰਨੀ ਤੌਰ ਦੇ ਉੱਤੇ ਚੋਣ ਪ੍ਰੋਗਰਾਮ ਦੇ ਮੁਤਾਬਕ ਬੰਦ ਹੋ ਗਿਆ ਜੀ। 6 ਵਜੇ ਤੋਂ ਬਾਅਦ ਕਿਸੇ ਕਿਸਮ ਦਾ ਕੋਈ ਜਲਸਾ ਨਹੀਂ ਹੋਵੇਗਾ, ਕੋਈ ਰੈਲੀ ਨਹੀਂ, ਕੋਈ ਰੋਡ ਸ਼ੋਅ ਨਹੀਂ, ਕੋਈ ਖੱਪਖਾਨਾ ਨਹੀਂ ਹੋਵੇਗਾ। ਪਰ ਇਹਦਾ ਮਤਲਬ ਇਹ ਨਹੀਂ ਕਿ ਸਾਰੇ ਹੀ ਪ੍ਰਚਾਰ ਬੰਦ ਹੋ ਗਿਆ। ਇਹਦੇ ਤੋਂ ਬਾਅਦ ਜਿਹੜੇ ਅਖਬਾਰਾਂ ਵਿੱਚ ਇਸ਼ਤਿਹਾਰ ਉਹ ਦੇਣੇ ਕਿ ਨਹੀਂ ਦੇਣੇ ਚੋਣ ਕਮਿਸ਼ਨ ਦੀ ਮਨਜ਼ੂਰੀ 'ਤੇ ਨਿਰਭਰ ਹੋਵੇਗਾ ਜੀ। ਖਬਰਾਂ ਬਿਆਨ ਪੁਰਾਣੇ ਲੀਡਰ ਨੂੰ ਇੰਨਿਆਂ ਨੇ ਹਮਾਇਤ ਦੇ ਦਿੱਤੀ, ਪੁਰਾਣੇ ਦੇ ਪੱਖ 'ਚ ਆ ਗਿਆ। ਇਹ ਸਾਰਾ ਕੁਝ ਇਲੈਕਟ੍ਰੋਨਿਕ ਮੀਡੀਆ 'ਤੇ ਵੀ ਚੱਲਣਾ ਤੇ ਅਖਬਾਰਾਂ ਵਿੱਚ ਵੀ ਚੱਲਣਾ। ਇਹ ਵੀ ਇੱਕ ਤਰੀਕਾ ਹੁੰਦਾ। ਇੰਨਿਆਂ ਪਿੰਡਾਂ ਨੇ ਫਲਾਣੇ ਨੂੰ ਹਮਾਇਤ ਦੇ ਦਿੱਤੀ, ਇਹ ਪ੍ਰਚਾਰ ਦਾ ਇੱਕ ਤਰੀਕਾ ਹੁੰਦਾ। ਉਹਨਾਂ ਦੀਆਂ ਫੋਟੋ ਵੀ ਛਪਣਗੇ। ਇਹਦੇ ਦਰਮਿਆਨ ਉਮੀਦਵਾਰਾਂ ਨੂੰ ਘਰ ਘਰ ਜਾ ਕੇ ਲੋਕਾਂ ਤੱਕ ਪਹੁੰਚ ਕਰਨ ਦੀ ਵੀ ਆਗਿਆ ਢਾਣੀਆਂ ਬੰਨ੍ਹ ਕੇ ਨਹੀਂ ਜਾਣਗੇ ਜੀ। ਆਪਣੇ ਨਾਲ 2, 4, 5 ਬੰਦੇ ਲਿਖ ਕੇ ਜਾਣ। ਜਿਹੜੇ ਉਹਨਾਂ ਦੇ ਸਮਰਥਕ ਆ ਉਹ ਵੀ 2, 2, 4, 4, 5, 5 ਕਰਕੇ ਘਰ ਘਰ ਜਾ ਸਕਦੇ ਆ। ਉਹਦੇ ਉੱਤੇ ਕੋਈ ਪਾਬੰਦੀ ਨਹੀਂ ਹੋਣੀ। ਚੋਣ ਪ੍ਰਚਾਰ ਬੰਦ ਹੋਣ ਤੋਂ ਬਾਅਦ ਹਲਕੇ ਤੋਂ ਬਾਹਰਲਾ ਕੋਈ ਬੰਦਾ ਉਸ ਹਲਕੇ 'ਚ ਨਹੀਂ ਹੋਣਾ ਚਾਹੀਦਾ। ਸਿਰਫ ਜਿਹੜੇ ਜ਼ਰੂਰੀ ਡਿਊਟੀ ਵਾਲੇ ਮੀਡੀਆ ਵਾਲੇ ਹੋਣਗੇ, ਪੁਲਿਸ ਵਾਲੇ ਹੋਣਗੇ, ਐਂਬੂਲੈਂਸ ਵਾਲੇ ਹੋਣਗੇ, ਬਿਜਲੀ ਟੈਲੀਫੋਨ ਵਾਲੇ ਹੋਣਗੇ, ਇਹ ਲੋਕ ਹੋਣਗੇ। ਬਾਕੀ ਦੇ ਸਾਰੇ ਲੋਕ ਉਸ ਹਲਕੇ ਜੋ ਬਾਹਰ ਚਲ ਜਾਣਗੇ ਜਿਹਦੇ 'ਚ ਉਹਨਾਂ ਦੀ ਵੋਟ ਨਹੀਂ ਗੀ ਜੀ। ਉਹ ਸਿਰਫ ਆਪਣੇ ਹਲਕੇ 'ਚ ਰਹਿ ਸਕਦੇ ਆ ਜਿੱਥੇ ਵੋਟ ਹੈ। ਜਿਹੜੇ ਚੋਣ ਪ੍ਰਚਾਰ ਲਈ ਬਾਹਰੋਂ ਦੂਸਰੇ ਰਾਜਾਂ ਤੋਂ ਆਏ ਸੀ, ਦੂਸਰੇ ਜ਼ਿਲ੍ਹਿਆਂ ਤੋਂ ਆਏ ਸੀ, ਅੱਡ ਅੱਡ ਥਾਂ ਤੋਂ ਮੰਗਵੀਆਂ ਧਾੜਾਂ, ਜੇ ਉਹਨਾਂ 'ਚੋਂ ਕੋਈ ਇੱਥੇ ਫੜਿਆ ਗਿਆ ਤਾਂ ਉਹਦੇ ਉੱਤੇ ਕੇਸ ਦਰਜ ਹੋ ਸਕਦਾ। ਇਹ ਮਾਮਲਾ ਇੱਥੋਂ ਤੱਕ ਖਤਮ। ਦੂਸਰਾ ਸਵਾਲ ਆ ਜਾਂਦਾ ਕਿ ਅੱਜ ਐਨ ਜਦੋਂ ਚੋਣ ਪ੍ਰਚਾਰ ਬੰਦ ਹੋਣਾ ਉਦੋਂ ਪ੍ਰਧਾਨ ਮੰਤਰੀ ਜੀ ਨੇ ਸਿੱਖ ਸੰਤਾਂ ਨਾਲ ਮੀਟਿੰਗ ਕੀਤੀ ਹੈ। ਮੈਂ ਸਮਝਦਾ ਕਿ ਇਹ ਮੀਟਿੰਗ 10 ਦਿਨ ਪਹਿਲਾਂ ਹੋ ਜਾਂਦੀ ਕੋਈ ਹਰਜ ਨਹੀਂ ਸੀ, 2 ਦਿਨ ਬਾਅਦ ਹੋ ਜਾਂਦੀ, 20 ਤਰੀਕ ਲੰਘਾ ਕੇ ਅਗਲੇ ਦਿਨ ਹੋ ਜਾਂਦੀ ਤੇ ਕੋਈ ਹਰਜ ਨਹੀਂ ਸੀ। ਅੱਜ ਕੀਤੀ ਇਹ ਮੀਟਿੰਗ ਕਿਸੇ ਨਾ ਕਿਸੇ ਰੂਪ ਵਿੱਚ ਚੋਣਾਂ ਨਾਲ ਜੋੜੀ ਜਾਵੇਗੀ ਜੀ। ਇਹਨਾਂ ਸਿੱਖ ਸੰਤਾਂ ਵਿੱਚੋਂ ਕੁਝ ਤਾਂ ਇਹੋ ਜਿਹੇ ਆ ਜਿਨ੍ਹਾਂ ਦਾ ਬਹੁਤ ਉੱਚਾ ਅਕਸ ਉਹ ਅੱਜ ਦੀ ਮੀਟਿੰਗ ਦੇ ਨਾਲ ਕਈਆਂ ਲੋਕਾਂ ਨੇ ਉਹਨਾਂ ਨੂੰ ਕਈ ਕਿਸਮ ਦੇ ਸਵਾਲ ਪੁੱਛਣੇ, ਜੀ ਤੁਸੀਂ ਉੱਥੇ ਕਿਉਂ ਗਏ ਸੀ? ਇਹ ਮੌਕਾ ਇਹੋ ਜਿਹਾ ਜਿਹੜਾ ਇਹ ਨਹੀਂ ਸੀ ਬਣਾਉਣਾ ਚਾਹੀਦਾ। ਅਸੀਂ ਅੱਗੇ ਵੀ ਵੇਖਦੇ ਰਹੇ ਹਾਂ ਕਿ ਚੋਣ ਪ੍ਰਚਾਰ ਦੇ ਅਖੀਰ 'ਤੇ ਜਾ ਕੇ ਪ੍ਰਧਾਨ ਮੰਤਰੀ ਮੋਦੀ ਸਾਹਿਬ ਕਦੇ ਕੇਦਾਰਨਾਥ ਧਾਮ ਦੀ ਗੁਫਾ ਵਿੱਚ ਜਾਣਾ ਤਾਂ ਕੁਝ ਕਰਦੇ। ਇਹ ਸਭ ਵੋਟਾਂ ਦੇ ਉੱਤੇ ਅੱਖ ਰੱਖ ਕੇ ਕਿਸੇ ਨਾ ਕਿਸੇ ਤਰੀਕੇ ਨਾਲ ਭਰਮਾਉਣ ਦਾ ਯਤਨ ਹੁੰਦਾ। ਜੇ ਅਸੀਂ ਕਹਿੰਦੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਕਿਸੇ ਇੱਕ ਜਾਂ ਦੂਸਰੀ ਧਿਰ ਦੇ ਪੱਖ ਵਿੱਚ ਨਹੀਂ ਬੋਲਣਾ ਚਾਹੀਦਾ, ਜੇ ਅਸੀਂ ਕਹਿੰਦੇ ਸੱਚੇ ਸੌਦੇਬਰਾਂ ਦਾ ਫਤਵਾ ਜਾਰੀ ਕਰਨਾ ਗਲਤ ਹੈ, ਜੇ ਅਸੀਂ ਕਹਿੰਦੇ ਬਾਕੀ ਦੀਆਂ ਸੰਪਰਦਾਵਾਂ ਜਿਹੜੀਆਂ ਫਤਵਾ ਜਾਰੀ ਕਰਦੀਆਂ ਵੀ ਪਰ ਕਿਸੇ ਨੂੰ ਪਤਾ ਨਹੀਂ ਲੱਗਦਾ ਫਤਵਾ ਜਾਰੀ ਕੀਤਾ, ਉਹਨਾਂ ਦਾ ਇਹੋ ਜਿਹੇ ਚੋਣ ਦੇ ਕੰਮ ਵਿੱਚ ਧਾਰਮਿਕ ਸੰਸਥਾਵਾਂ ਦਾ ਦਖਲ ਦੇਣਾ ਗਲਤ ਹੈ। ਅਤੇ ਫਿਰ ਐਨ ਇਹੋ ਜਿਹੇ ਮੌਕੇ ਦੇ ਉੱਤੇ ਅੱਜ ਸਿੱਖ ਸੰਤਾਂ ਦੀ ਇਹ ਮੀਟਿੰਗ ਵੀ ਨਾ ਹੁੰਦੀ ਤੇ ਚੰਗਾ ਸੀ। ਕਾਨੂੰਨੀ ਤੌਰ 'ਤੇ ਕੋਈ ਡਿੱਕਾ ਨਹੀਂ ਜੀ, ਪਰ ਇਹ ਪ੍ਰਭਾਵ ਇਹਦਾ ਗਲਤ ਜਾਣਾ। ਇਹਨਾਂ ਸਿੱਖ ਸੰਤਾਂ ਨੂੰ ਵੀ ਇਹੋ ਜਿਹੀ ਮੀਟਿੰਗ ਤੋਂ ਬਚਣਾ ਚਾਹੀਦਾ ਸੀ। ਹੁਣ ਉਹਨਾਂ ਦੇ ਪੈਰੋਕਾਰਾਂ ਦੇ ਮਨਾਂ ਵਿੱਚ ਇਹਨਾਂ ਦਾ ਜਿਹੜਾ ਅਕਸ ਹੈ ਉਹ ਅਕਸ ਕਿਸੇ ਨਾ ਕਿਸੇ ਰੂਪ ਵਿੱਚ ਪ੍ਰਭਾਵਿਤ ਹੁੰਦਾ। ਕੋਈ ਵੀ ਕੱਲ੍ਹ ਨੂੰ ਇਹ ਕਹਿ ਸਕਦਾ ਜੀ ਐਨ ਫਲਾਣੇ ਮੌਕੇ ਤੁਸੀਂ ਰਾਜਨੀਤਿਕ ਸਰਗਰਮੀ ਚਲਦੀ 'ਚ ਜਾ ਕੇ ਉਦੋਂ ਮੀਟਿੰਗ ਕੀਤੀ ਜਦੋਂ ਨਹੀਂ ਸੀ ਕਰਨੀ ਚਾਹੀਦੀ, ਅਤੇ ਇਹਨਾਂ ਨੂੰ ਉਹਨਾਂ ਗੱਲਾਂ ਦਾ ਜਵਾਬ ਦੇਣਾ ਪੈ ਸਕਦਾ। ਖਾਸ ਤੌਰ 'ਤੇ ਸਿੱਖਾਂ ਦੇ ਤਖਤ ਪਟਨਾ ਸਾਹਿਬ ਦੇ ਜਥੇਦਾਰ ਸਾਹਿਬ ਦਾ ਨਾਂ ਜਿੱਦਾਂ ਆ ਰਿਹਾ,
ਦਿੱਲੀ ਦੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸਾਬਕਾ ਪ੍ਰਧਾਨ ਹੋਵੇ ਅੱਗੋਂ ਪਿੱਛੋਂ ਇਹ 10 ਵਾਰੀ ਮਿਲਣਾ, ਇਹਨਾਂ ਨੂੰ ਰੋਕਦਾ ਕੌਣ ਆ? ਜਿੰਨੀ ਵਾਰੀ ਮਰਜ਼ੀ ਮਿਲਦੇ ਰਹਿਣ। ਪਰ ਐਨ ਚੋਣਾਂ ਦੇ ਆਖਰੀ ਪੜਾਅ ਦੇ ਉੱਤੇ ਜਾ ਕੇ ਜਿਸ ਤਰ੍ਹਾਂ ਮਿਲਣਾ, ਉਸ ਮਿਲਣ ਨੇ ਚੰਗਾ ਪ੍ਰਭਾਵ ਨਹੀਂ ਛੱਡਣਾ। ਮੋਦੀ ਸਾਹਿਬ ਨੂੰ ਕੋਈ ਫਰਕ ਨਹੀਂ ਪੈਂਦਾ, ਉਹ ਸਿਆਸੀ ਲੀਡਰ ਨੇ ਜੀ। ਜਿਹੜੇ ਗੈਰ ਸਿਆਸੀ ਉੱਥੇ ਗਏ, ਉਹਨਾਂ ਨੂੰ ਫਰਕ ਕਿਸੇ ਨਾ ਕਿਸੇ ਰੂਪ ਵਿੱਚ ਜ਼ਰੂਰ ਪਵੇਗਾ ਜੀ। ਪੰਨੂ ਸਾਹਿਬ, ਕੁਮਾਰ ਵਿਸ਼ਵਾਸ ਨੇ ਬਿਆਨ ਦਿੱਤਾ ਸੀ ਕਿ ਅਰਵਿੰਦ ਕੇਜਰੀਵਾਲ ਖਾਲਿਸਤਾਨ ਦਾ ਸਮਰਥਨ ਕਰਦੇ ਨੇ, ਸਮਰਥਕ ਦੱਸਿਆ ਸੀ। ਪਰ ਦੂਸਰੇ ਪਾਸੇ ਅਰਵਿੰਦ ਕੇਜਰੀਵਾਲ ਹੋਣਾ ਨੇ ਹੁਣ ਸਫਾਈ ਵੀ ਦਿੱਤੀ ਹੈ। ਪਰ ਇਹ ਕਹਾਣੀ ਕਿੱਧਰ ਨੂੰ ਜਾ ਰਹੀ ਹੈ? ਚੋਣਾਂ ਤੋਂ ਪਹਿਲਾਂ ਐਨ ਕੁਮਾਰ ਵਿਸ਼ਵਾਸ ਦੀ ਐਂਟਰੀ ਨੂੰ ਵੀ ਕਿਵੇਂ ਦੇਖਦੇ ਆ? ਕੁਮਾਰ ਵਿਸ਼ਵਾਸ ਬਾਰੇ ਮੈਂ ਪਰਸੋਂ ਵੀ ਇਹ ਗੱਲ ਕੀਤੀ ਸੀ ਕਿ ਉਹ ਅੱਗੇ ਇੱਕ ਵਾਰੀ ਇਸ ਗੱਲ ਤੋਂ ਚਰਚਾ 'ਚ ਆਇਆ ਸੀ ਕਿ ਪਹਿਲਾਂ ਕਵੀ ਹੁੰਦਿਆਂ ਗੁਜਰਾਤ ਵਿੱਚ ਜਾ ਕੇ ਉੱਥੋਂ ਦੇ ਮੁੱਖ ਮੰਤਰੀ ਨਰਿੰਦਰ ਮੋਦੀ ਵਾਸਤੇ ਇਹ ਸ਼ੁਭ ਕਾਮਨਾਵਾਂ ਦੇਵੀ ਅੱਗੇ ਅਰਦਾਸ ਕਰਕੇ ਆਇਆ ਸੀ। ਆਮ ਜਿਹੜਾ ਹੁੰਦਾ ਪ੍ਰਭਾਵ, ਅਸੀਂ ਤਾਂ ਜੀ ਕਾਮਨਾ ਕਰਦੇ ਹਾਂ ਕਿ ਤੁਸੀਂ ਭਾਰਤ ਮਾਤਾ ਦੀ ਸੇਵਾ ਕਰੋ, ਦੇਸ਼ ਦੇ ਪ੍ਰਧਾਨ ਮੰਤਰੀ ਬਣੋ। ਫਿਰ ਆਮ ਆਦਮੀ ਪਾਰਟੀ ਬਣਾ ਕੇ ਉਸੇ ਪ੍ਰਧਾਨ ਮੰਤਰੀ ਦੇ ਖਿਲਾਫ ਬੋਲਣ ਲੱਗ ਪਿਆ। ਬਾਅਦ ਵਿੱਚ ਪਤਾ ਨਹੀਂ ਕਿਸ ਤਰ੍ਹਾਂ ਦੇ ਆਪਸ ਵਿੱਚ ਕੋਈ ਅੰਦਰ ਖਾਤੇ ਦੀ ਤਾਰ ਜੁੜੀ ਜਾਪਦੀ ਹੈ। ਹੁਣ ਉਹਨੇ ਕੇਜਰੀਵਾਲ ਬਾਰੇ ਇੱਦਾਂ ਹਮਲਾ ਕਰਤਾ। ਅਸੀਂ ਬਹੁਤ ਸਾਰੇ ਲੋਕਾਂ ਨੂੰ ਵੇਖਿਆ ਜਿਹੜੇ ਨਿਰਪੱਖ ਸਨ, ਪਰ ਨਿਰਪੱਖ ਨਹੀਂ ਸੀ ਜੀ। ਅੰਨਾ ਹਜ਼ਾਰੇ ਦੀ ਲਹਿਰ ਦੇ ਵਕਤ ਸਾਬਕਾ ਪੁਲਿਸ ਅਫਸਰ ਕਿਰਨ ਬੇਦੀ ਸਟੇਜ ਤੋਂ ਖਲੋ ਕੇ ਕਿਸ ਤਰ੍ਹਾਂ ਨਿਰਪੱਖਤਾ ਸਾਰੀਆਂ ਪਾਰਟੀਆਂ ਜਿਉਂ, ਜਦੋਂ ਉਹ ਲਹਿਰ ਖਤਮ ਹੋ ਗਈ, ਮੁੜ ਕੇ ਉਹ ਭਾਜਪਾ ਨਾਲ ਰਲ ਗਈ। ਭਾਜਪਾ ਨੇ ਉਹਨੂੰ ਦਿੱਲੀ ਦੀ ਮੁੱਖ ਮੰਤਰੀ ਦੇ ਅਹੁਦੇ ਲਈ ਉਮੀਦਵਾਰ ਦੇ ਤੌਰ ਤੇ ਪੇਸ਼ ਕੀਤਾ। ਪਰ ਲੋਕਾਂ ਨੂੰ ਪਤਾ ਲੱਗ ਗਿਆ ਕਿ ਬੀਬੀ ਦੇ ਅੰਦਰ ਕੀ ਆ ਜੀ। ਤੇ ਲੋਕਾਂ ਨੇ ਉਹਨੂੰ ਇੰਨਾ ਹੁੰਗਾਰਾ ਦਿੱਤਾ ਕਿ 17 ਚੋਂ ਸਿਰਫ 3 ਸੀਟਾਂ ਭਾਜਪਾ ਨੂੰ ਆਈਆਂ ਤੇ ਜਿਹੜੀ ਬੀਬੀ ਮੁੱਖ ਮੰਤਰੀ ਦੀ ਉਮੀਦਵਾਰ ਸੀ, ਉਹ ਆਪਣੀ ਸੀਟ ਵੀ ਹਾਰ ਗਈ ਸੀ। ਫਿਰ ਉਹਨੂੰ ਪਾਂਡੀਚੇਰੀ ਦੀ ਲੈਫਟੀਨੈਂਟ ਗਵਰਨਰ ਲਾਇਆ ਸੀ। ਉੱਦਾਂ ਵੀ ਪੁਰਾਣਾ ਅਕਸੋ ਦਾ ਜਿਹੜਾ ਹੁਣ ਤੱਕ ਇੱਕੋ ਹੀ ਗੱਲ ਕਹਿੰਦੇ ਰਹੇ, ਕਿਰਨ ਬੇਦੀ ਨਹੀਂ, ਉਹ ਕਰੇਨ ਬੇਦੀ ਹੈ, ਕਿਉਂਕਿ ਇੰਦਰਾ ਗਾਂਧੀ ਦੀ ਕਾਰ ਨੂੰ ਟੋ ਕਰਕੇ ਲੈ ਗਏ ਸੀ। ਮੈਂ ਦੱਸਾਂ ਇਹ ਗੱਲ ਗਲਤ ਹੈ। ਇੰਦਰਾ ਗਾਂਧੀ ਦੀ ਕਾਰ ਨੂੰ ਕਦੇ ਉਹ ਟੋ ਕਰਕੇ ਨਹੀਂ ਲੈ ਕੇ ਗਈ, ਉਹ ਸਾਰਾ ਝੂਠਾ ਪ੍ਰਚਾਰ ਸੀ। ਉਹ ਸਾਡਾ ਪੰਜਾਬੀ ਹੈ, ਸਰਦਾਰ ਹੈ, ਘੁੰਮਣ ਇਸ ਵੇਲੇ ਵੀ ਫਰੈਜ਼ਨੋ 'ਚ ਅਮਰੀਕਾ 'ਚ ਬੈਠਾ। ਮੈਂ ਉਹਨੂੰ ਮਿਲਿਆ ਹੋਇਆ ਜੀ। ਉਹ ਸਬ ਇੰਸਪੈਕਟਰ ਸੀ। ਇੰਦਰਾ ਗਾਂਧੀ ਦੀ ਕਾਰ ਉਹ ਟੋ ਕਰਕੇ ਲੈ ਕੇ ਗਿਆ। ਇਹ ਤਾਂ ਉੱਪਰ ਸੁਪਰਵਾਈਜ਼ਰੀ ਅਫਸਰ ਸੀ। ਇਹਨੂੰ ਆਖਿਆ ਗਿਆ ਸੀ ਉਹਦੇ ਖਿਲਾਫ ਕਾਰਵਾਈ ਕਰ, ਤੇ ਕਹਿੰਦੀ ਉਹਨੇ ਗੁਨਾਹ ਕੀ ਕੀਤਾ, ਮੈਂ ਕਾਰਵਾਈ ਕੀ ਕਰਾਂ, ਮੈਨੂੰ ਸਮਝ ਕਾਨੂੰਨੀ ਤੌਰ ਤੇ ਨਹੀਂ ਬਣਦੀ। ਇੰਨੀ ਗੱਲ ਤੇ ਇਹਨੂੰ ਝਿੜਕਾਂ ਜ਼ਰੂਰ ਪਈਆਂ ਸੀ ਕਿ ਤੂੰ ਉਹਦੇ ਖਿਲਾਫ ਕਾਰਵਾਈ ਨਹੀਂ ਕਰਦੀ। ਕਹਿੰਦੀ ਕਾਨੂੰਨੀ ਤੌਰ ਤੇ ਬਣਦੀ ਨਹੀਂ, ਮੈਂ ਕੀ ਕਰਾਂ। ਪਰ ਸਾਰੀ ਨੌਕਰੀ ਖਤਰੇ 'ਚ ਪਾ ਕੇ ਕਾਰ ਉਹ ਲੈ ਕੇ ਗਿਆ ਸੀ, ਇਹ ਨਹੀਂ ਲੈ ਕੇ ਗਈ। ਅੱਛਾ, ਉਹਨੂੰ ਵੀ ਛੱਡ ਦਿਓ, ਉਹ ਤੇ ਵਿੱਚੇ ਗੱਲ ਆ ਗਈ। ਹੁਣ ਕੁਮਾਰ ਵਿਸ਼ਵਾਸ ਨੇ ਇਸ ਮੌਕੇ ਤੇ ਆ ਕੇ ਜਿਸ ਤਰ੍ਹਾਂ ਦੀਆਂ ਗੱਲਾਂ ਕੀਤੀਆਂ, ਇਹ 15 ਦਿਨ ਪਹਿਲਾਂ ਉਹਨੇ ਕਿਉਂ ਨਾ ਕੀਤੀਆਂ ਜੀ। ਹੁਣ ਐਨ ਸਿਰੇ ਤੇ ਆ ਕੇ ਉਹਨੇ ਕਿਉਂ ਕੀਤੀਆਂ? ਇਹਦਾ ਮਤਲਬ ਕਿਸੇ ਨਾ ਕਿਸੇ ਪਾਸੋਂ ਤਾਰ ਜੁੜੀ ਹੈ। ਕੋਈ ਬੰਦਾ, ਕਈ ਵਾਰੀ ਸਹਿਮਤੀ ਦੀ ਝਾਕ ਹੁੰਦੀ, ਕੁਝ ਨਾ ਕੁਝ ਹੋਰ ਵੀ ਝਾਕਾਂ ਹੁੰਦੀਆਂ, ਕਵੀ ਆ, ਫਿਰ ਕੋਈ ਗੱਲ ਨਹੀਂ, ਜੇ ਮਿਲਦੀ ਆ ਕਿਸੇ ਨੂੰ ਕੁਝ ਮਿਲ ਜਾਂਦਾ ਤਾਂ ਸਾਨੂੰ ਕੀ ਮਾੜਾ, ਲੈ ਲੈਣ ਦਿਓ। ਅੱਜ ਹੀ ਖਬਰ ਆ ਗਈ ਆ ਕਿ ਸਿਰਫ ਇੱਕ ਕੇਜਰੀਵਾਲ ਦੇ ਖਿਲਾਫ ਬਿਆਨ ਦੇਣ ਕਰਕੇ ਕੁਮਾਰ ਵਿਸ਼ਵਾਸ ਦੀ ਸਿਕਿਉਰਿਟੀ ਨਵੇਂ ਸਿਰੋਂ ਰੀਅਸੈਸ ਕੀਤੀ ਜਾ ਰਹੀ ਹੈ ਤੇ ਉਹਦੀ ਸ਼ਾਇਦ ਸਿਕਿਉਰਿਟੀ ਵਧਾ ਦੇਣਗੇ। ਜਿਹੜਾ ਵੀ ਬੀਜੇਪੀ 'ਚ ਜਾਂਦਾ, ਕਿਸੇ ਨੂੰ ਵਾਈ ਕੈਟੇਗਰੀ, ਕਿਸੇ ਨੂੰ ਜ਼ੈਡ ਕੈਟੇਗਰੀ, ਫਟਾਫਟ ਸਿਕਿਉਰਿਟੀਆਂ ਕਿਉਂ ਮਿਲਣ ਲੱਗ ਪੈਂਦੀਆਂ ਜੀ। ਇਹਦਾ ਮਤਲਬ ਕਿ ਇਹਦੇ ਪਿੱਛੇ ਕੋਈ ਨਾ ਕੋਈ ਖੇਡ ਤਾਂ ਚੱਲਦੀ ਹੈ। ਬਿਲਕੁਲ। ਹੁਣ ਅੱਜ ਦੀ ਤਰੀਕ ਵਿੱਚ ਇਹ ਜਿਹੜਾ ਮੁੱਦਾ ਇਹਨਾਂ ਨੇ ਉਭਾਰਿਆ, ਇਹ ਮੁੱਦਾ ਇਹਨਾਂ ਨੂੰ ਸੈਲਫ ਗੋਲ ਵੀ ਸਾਬਤ ਹੋ ਸਕਦਾ। ਇਹਨਾਂ ਨੇ ਕੇਜਰੀਵਾਲ ਦੇ ਖਿਲਾਫ ਇਹ ਮੁੱਦਾ ਚੁੱਕ ਕੇ ਤੇ ਪੰਜਾਬ ਦੇ ਇੱਕ ਖਾਸ ਭਾਈਚਾਰੇ ਨੂੰ ਉਭਾਰਨ ਦਾ ਯਤਨ ਕੀਤਾ। ਮੈਂ ਬੇਨਤੀ ਕਰਾਂ ਕਿ ਖਾਲਿਸਤਾਨ ਦੀ ਲਹਿਰ ਨੂੰ ਤੇ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਨਾਲ ਜੋੜਦੇ ਆ। ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦੇ ਸਾਥੀਆਂ ਵਿੱਚੋਂ ਕੁਝ ਅਕਾਲੀਆਂ ਵਿੱਚ ਵੀ ਹੈਗੇ, ਕੁਝ ਕਾਂਗਰਸੀਆਂ ਵੱਲੋਂ ਵੀ। ਪਿਛਲੀ ਵਾਰੀ ਵੀ ਇੱਕ MLA ਬਣ ਗਿਆ ਸੀ, ਕਾਂਗਰਸ ਵੱਲੋਂ ਬਣ ਗਿਆ ਸੀ। ਭਾਜਪਾ ਇਹ ਆਖੇਗੀ ਕਿ ਉਹਨਾਂ ਦੇ ਨਾਲ ਕੋਈ ਨਹੀਂ ਜਾ ਕੇ ਜੁੜਿਆ। ਉਹਨਾਂ ਵੱਲ ਵੀ ਗਏ ਹੋਏ ਨੇ। ਜੇ ਉਹਨਾਂ ਵੱਲ ਵੀ ਗਏ ਨੇ, ਸਾਰੀ ਪਾਸੀ ਨੇ, ਤੇ ਇਹੋ ਜਿਹੇ ਮੁੱਦੇ ਨੂੰ ਚੁੱਕ ਕੇ ਉਛਾਲ ਕੇ ਲੋਕਾਂ ਦੀਆਂ ਭਾਵਨਾਵਾਂ ਨਾਲ ਖੇਡਣ ਦੀ ਕੀ ਲੋੜ ਹੈ? ਦਮਦਮੀ ਟਕਸਾਲ ਦੇ ਵਿੱਚੋਂ ਜਿਹੜਾ ਬੰਦਾ ਕੱਲ੍ਹ ਤੱਕ ਬੁਲਾਰਾ ਸੀ, ਅੱਜ ਭਾਜਪਾ ਦਾ ਬੁਲਾਰਾ ਬਣਿਆ ਬੈਠਾ, ਐਵੇਂ ਬਣ ਗਿਆ। ਇਹੋ ਜਿਹੇ ਬਹੁਤ ਸਾਰੇ ਲੋਕ ਹੈ ਜਿਹੜੇ ਇੱਧਰੋਂ ਉੱਧਰ ਟਪੂਸੀਆਂ ਮਾਰ ਕੇ ਚਲੇ ਗਏ। ਜਾਣ ਦਿਓ,
ਆਪੋ ਆਪਣੀ ਥਾਂ ਕਰੀਅਰ ਬਣਾਉਂਦੇ ਪਏ ਆ। ਜਿਹੜੇ ਵਿਦੇਸ਼ਾਂ ਵਿੱਚ ਨੇ ਉਹਨਾਂ ਵਿੱਚੋਂ ਵੀ ਕੌਣ ਕਿੱਥੇ ਆ। ਕਈ ਲੋਕ ਜਿਹੜੇ ਪਹਿਲਾਂ ਹਿੰਦੂਤਵ ਦੇ ਖਿਲਾਫ ਹੀ ਬੋਲਦੇ ਹੁੰਦੇ ਸੀ, ਅੱਜ ਉਹ ਹਿੰਦੂਤਵ ਦੀ ਗੱਲ ਕਰਨ ਨਾ ਕਰਨ, ਪਰ ਹਿੰਦੂਤਵ ਦੇ ਪ੍ਰਚਾਰਕਾਂ ਦੇ ਨਾਲ ਇੱਕ ਮਿੱਕ ਨੇ। ਦਿੱਲੀ ਤੱਕ ਗੇੜੇ ਮਾਰ ਕੇ ਵੀ ਮਹੀਨਾ ਇੱਥੇ ਰਹਿ ਕੇ ਵੀ ਮੁੜ ਗਏ। ਹੁਣ ਤੱਕ ਉਹ ਬਲੈਕ ਲਿਸਟ ਵਿੱਚ ਹੁੰਦੇ, 30 ਸਾਲ ਬਲੈਕ ਲਿਸਟ ਵਿੱਚ ਜਿਹੜੇ ਰਹੇ ਉਹ ਵੀ ਦਿੱਲੀ ਗੇੜੇ ਮਾਰ ਕੇ ਤੁਰ ਗਏ। ਜਦੋਂ ਇਹ ਸਾਰਾ ਕੁਝ ਹੋਣ ਡਿਆ ਤੇ ਇਸ ਮੁੱਦੇ ਨੂੰ ਪੰਜਾਬ ਦੇ ਲੋਕ ਇੰਨਾ ਜ਼ਿਆਦਾ ਚੁੱਕਣਗੇ ਮੈਨੂੰ ਲੱਗਦਾ ਨਹੀਂ। ਬਾਕੀ ਵੋਟਰ ਭਗਵਾਨ ਹੈ, ਵੇਖੋ ਕੀ ਸੋਚਦਾ ਜੀ। ਪੰਨ ਸਾਹਿਬ, ਲੰਬੇ ਸਮੇਂ ਤੋਂ ਜੇਕਰ ਸਿਆਸਤ ਦੀ ਗੱਲ ਕਰੀਏ, ਲੰਬੇ ਸਮੇਂ ਤੋਂ ਰਾਹੁਲ ਗਾਂਧੀ ਸ਼ਾਂਤ ਬੈਠੇ ਪਏ ਸੀਗੇ, ਖਾਸ ਕਰ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੂੰ ਲੈ ਕੇ। ਉਹਨਾਂ ਨੇ ਪਾਰਟੀ ਕਿਉਂ ਛੱਡੀ ਜਾਂ ਉਹਨਾਂ ਨੂੰ ਪਾਰਟੀ 'ਚੋਂ ਕਿਉਂ ਕੱਢਿਆ ਗਿਆ, ਇਹਦੇ ਬਾਰੇ ਦੱਸਿਆ ਨਹੀਂ ਜਾ ਰਿਹਾ ਸੀ, ਪਰ ਉਹਨਾਂ ਨੇ ਕਾਰਨ ਦੱਸਿਆ ਕਿ ਅਸੀਂ ਕਿਉਂ ਕੱਢਿਆ ਕੈਪਟਨ ਅਮਰਿੰਦਰ ਸਿੰਘ ਨੂੰ। ਇਹ ਜਿਹੜੀਆਂ ਗੱਲਾਂ ਕਹੀਆਂ, ਲੋਕ ਸਹਿਮਤ ਹੋਣਗੇ? ਰਾਹੁਲ ਗਾਂਧੀ ਨੇ ਆਖਿਆ ਜੀ ਅਸੀਂ ਚਾਹੁੰਦੇ ਸਾਂ ਕਿ ਗਰੀਬਾਂ ਨੂੰ ਬਿਜਲੀ ਮੁਫਤ ਮਿਲੇ ਜੀ, ਤੇ ਕੈਪਟਨ ਅਮਰਿੰਦਰ ਸਿੰਘ ਮੁਫਤ ਬਿਜਲੀ ਦੇਣ ਨੂੰ ਤਿਆਰ ਨਹੀਂ ਸੀ। ਅਸੀਂ ਕਿਹਾ ਸੀ ਕਿ ਅੱਗੋਂ ਚੋਣਾਂ ਵੀ ਆ ਰਹੀਆਂ, ਆਪਾਂ ਵਾਅਦਾ ਕੀਤਾ ਹੋਇਆ ਤੇ ਗਰੀਬਾਂ ਨੂੰ ਮੁਫਤ ਬਿਜਲੀ ਦਿੰਦੇ ਕਿਉਂ ਨਹੀਂ। ਤੇ ਅਮਰਿੰਦਰ ਸਿੰਘ ਕੱਲਾ ਕਹਿੰਦਾ ਸੀ ਕਿ ਬਿਜਲੀ ਕੰਪਨੀਆਂ ਨਾਲ ਸਮਝੌਤੇ, ਅਸੀਂ ਉਹ ਸਮਝੌਤੇ ਨਹੀਂ ਤੋੜ ਸਕਦੇ। ਇਹ ਤੋੜਨ ਤੋਂ ਇਨਕਾਰੀ ਸੀ, ਇਸ ਕਰਕੇ ਅਸੀਂ ਇਹਨੂੰ ਹਟਾਤਾ। ਜਦੋਂ ਹਟਾਇਆ ਤੇ ਨਵੀਂ ਸਰਕਾਰ ਨੇ ਚਰਨਜੀਤ ਸਿੰਘ ਚੰਨੀ ਨੇ ਆ ਕੇ ਫੈਸਲਾ ਕਰਤਾ ਕਿ ਮੁਫਤ ਦਿਆਂਗੇ। ਇਹ ਨਹੀਂ ਸੀ ਦਿੰਦਾ। ਜੇ ਉਹ ਨਹੀਂ ਸੀ ਦਿੰਦਾ, 4.5 ਸਾਲ ਤੱਕ ਤੁਸੀਂ ਉਸ ਅਮਰਿੰਦਰ ਸਿੰਘ ਨੂੰ ਫਿਰ ਬਰਦਾਸ਼ਤ ਕਿਉਂ ਕੀਤਾ ਜੀ? ਤੁਸੀਂ ਇੱਥੇ ਆ ਕੇ ਵਾਰ-ਵਾਰ ਉਹਦਾ ਹੱਥ ਫੜ ਕੇ ਅੱਗੇ ਲੈ ਉਹਦੇ ਨਾਲ ਕਿਉਂ ਤੁਰਦੇ ਰਹੇ? ਪਾਰਲੀਮੈਂਟ ਦੀਆਂ ਚੋਣਾਂ ਉਦੋਂ ਅਮਰਿੰਦਰ ਸਿੰਘ ਚੰਗਾ ਸੀ, ਉਦੋਂ ਕਿਉਂਕਿ ਇਹਦੇ ਵਿੱਚੋਂ 2 ਸੀਟਾਂ ਆਈਆਂ ਅਕਾਲੀਆਂ ਨੂੰ, 1 ਸੀਟ ਆਈ ਆਮ ਆਦਮੀ ਪਾਰਟੀ ਨੂੰ ਤੇ 2 ਆਈਆਂ ਭਾਜਪਾ ਨੂੰ। 8 ਸੀਟਾਂ ਕਾਂਗਰਸ ਲੈ ਗਈ। ਇਸ ਕਰਕੇ ਉਦੋਂ ਤੁਸੀਂ ਸਮਝਦੇ ਕਿ ਅਮਰਿੰਦਰ ਸਿੰਘ ਠੀਕ ਹੈ। ਹੁਣ ਅਚਾਨਕ ਅਮਰਿੰਦਰ ਸਿੰਘ ਇੰਨਾ ਬੁਰਾ ਲੱਗਣ ਲੱਗ ਪਿਆ, ਇੱਕ ਹੋ ਗਿਆ। ਇਹਦੇ ਵਿੱਚ ਵੀ ਇੱਕ ਪੱਖ ਹੋ ਰਿਹਾ। ਅਜੇ 1 ਦਿਨ ਪਹਿਲਾਂ ਇਹਦੀ ਭੈਣ ਨੇ ਪ੍ਰਿਯੰਕਾ ਗਾਂਧੀ ਨੇ ਆਖਿਆ ਕਿ ਅਸੀਂ ਤਾਂ ਅਮਰਿੰਦਰ ਸਿੰਘ ਨੂੰ ਇਸ ਕਰਕੇ ਹਟਾਇਆ ਕਿ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮਿਲ ਕੇ ਚੱਲਦਾ ਸੀ, ਉਹਦੀ ਸਰਕਾਰ ਇੱਥੋਂ ਨਹੀਂ ਸੀ ਚੱਲਦੀ, ਦਿੱਲੀ ਵਿੱਚ ਬੈਠੀ ਕੇਂਦਰ ਸਰਕਾਰ ਦੇ ਇਸ਼ਾਰੇ ਤੇ ਚੱਲਦੀ ਸੀ ਤੇ ਸਾਨੂੰ ਨਹੀਂ ਸੀ ਪੁੱਛਦਾ ਜੀ। ਜੇ ਨਹੀਂ ਸੀ ਪੁੱਛਦਾ, ਤੁਸੀਂ ਐਡੇ ਨਿਕੰਮੇ ਸੀ ਕਿ ਤੁਹਾਡੀ ਹਾਈ ਕਮਾਂਡ ਨਹੀਂ ਸੀ ਚੱਲਦੀ, ਜਾਂ ਤਾਂ ਤੁਸੀਂ ਪਾਰਟੀ 'ਚ ਫੈਸਲਾ ਕਰ ਲੈਂਦੇ। ਤੇ ਜੇ ਨਹੀਂ ਤੇ ਹੁਣ ਭੈਣ ਕੁਛ ਕਹਿੰਦੀ, ਭਰਾ ਕੁਛ ਕਹਿੰਦਾ। ਇਸ ਵੇਲੇ ਵੀ ਵੱਡੇ ਵੱਡੇ ਸਟਾਰ ਪ੍ਰਚਾਰਕਾਂ ਦੇ ਨਾਂ ਤੁਸੀਂ ਸਟਾਰ ਪ੍ਰਚਾਰਕਾਂ ਦੀ ਲਿਸਟ ਵਿੱਚੋਂ ਕੱਢ ਦਿੱਤੇ ਆ। ਤੁਹਾਡੇ ਪਾਰਲੀਮੈਂਟ ਮੈਂਬਰ ਤੁਹਾਨੂੰ ਚੜਾਉਂਦੇ ਆ ਕਿ ਕਰੋ ਸਾਡਾ ਕੀ ਕਰਦੇ ਜੇ, ਪਰਵਾਹ ਨਹੀਂ। ਤੇ ਫਿਰ ਇਹੋ ਜਿਹੀਆਂ ਹਾਲਤਾਂ 'ਚ ਭੈਣ ਵੱਖ ਬੋਲਦੀ, ਭਰਾ ਵੱਖ ਬੋਲਦਾ। ਪਹਿਲਾਂ ਘਰ 'ਚ ਬਹਿ ਕੇ ਫੈਸਲਾ ਤੇ ਕਰ ਲੈਣ ਕਿ ਅਮਰਿੰਦਰ ਸਿੰਘ ਨੂੰ ਅਸੀਂ ਕਿਉਂ ਕੱਢਿਆ। ਅੱਡੋ ਅੱਡ ਬੋਲੀਆਂ 'ਚੋਂ ਕੀ ਨਿਕਲੇਗਾ ਇਹਨਾਂ ਦਾ? ਪੰਨ ਸਾਹਿਬ, ਜੇ ਇਹੀ ਗੱਲ ਚੱਲਦੀ ਪਈ ਹੈ, ਕਾਂਗਰਸ ਦੀ ਨਾਲ ਦੂਸਰੇ ਪਾਸੇ ਵੀ ਗੱਲ ਕਰ ਲੈਂਦੇ ਹਾਂ। ਤਰਸੇਮ ਸਿੰਘ DC ਅਟਾਰੀ ਤੋਂ ਸੀ ਵਿਧਾਇਕ, ਉਹਨਾਂ ਨੂੰ ਪਾਰਟੀ ਵਿੱਚੋਂ ਕੱਢ ਦਿੱਤਾ ਗਿਆ। ਕੱਲ ਕੇਵਲ ਸਿੰਘ ਢਿੱਲੋਂ ਸੀ। ਕਾਂਗਰਸ ਵਿੱਚ ਕੀ ਕੁਝ ਚੱਲ ਰਿਹਾ? ਇਹਨਾਂ ਨੂੰ ਬੰਦੇ ਨਹੀਂ ਪਸੰਦ ਆ ਰਹੇ, ਕੰਮ ਨਹੀਂ ਪਸੰਦ ਆ ਰਹੇ, ਜਾਂ ਫਿਰ ਇਹ ਵੀ ਚਾਹੁੰਦੇ ਸੀ ਕੰਮ ਆਪਣੇ ਤਰੀਕੇ ਨਾਲ ਕਰਨ? 2 ਦਿਨਾਂ ਦੇ ਵਿੱਚ 2 ਨਹੀਂ 3 ਕੱਢੇ ਗਏ। ਤਰਸੇਮ ਸਿੰਘ DC ਕੱਢਿਆ ਗਿਆ ਜੀ, ਅਟਾਰੀ ਤੋਂ MLA ਅਜੇ ਤੱਕ ਤੇ ਹੈਗਾ ਨਾ, ਨਵੀਂ ਚੋਣ ਤੱਕ। ਕੇਵਲ ਸਿੰਘ ਢਿੱਲੋਂ ਕੱਢਿਆ ਗਿਆ, ਸਾਬਕਾ MLA ਹੈ, ਪਰ ਅੱਜ ਸਮਰਾਲੇ ਤੋਂ ਅਮਰੀਕ ਸਿੰਘ ਢਿੱਲੋਂ ਵੀ ਕੱਢਿਆ ਗਿਆ ਜੀ। ਇਕੱਠੇ ਹੀ 2 ਢਿੱਲੋਂ ਕੱਢ ਦਿੱਤੇ ਗਏ। ਅਮਰੀਕ ਸਿੰਘ ਢਿੱਲੋਂ 4 ਵਾਰੀਆਂ ਦਾ MLA ਹੈ। ਇਸ ਵਾਰੀ ਜੇ ਕਿਸੇ ਨੂੰ ਸਭ ਤੋਂ ਵੱਧ ਇਸ ਮਾਮਲੇ 'ਚ ਸੱਟ ਪਈ ਹੈ ਕਿ ਉਹਨਾਂ ਦੇ ਬੰਦੇ ਛੱਡ ਕੇ ਗਏ ਆ ਜਾਂ ਉਹਨਾਂ ਨੂੰ ਬਾਹਰ ਕੱਢਣੇ ਪਏ ਆ, ਤੇ ਉਹ ਕਾਂਗਰਸ ਪਾਰਟੀ ਹੈ। ਤੁਸੀਂ ਉਹ ਗਿਣਨੇ ਸ਼ੁਰੂ ਕਰ ਲਓ। ਗੁਰਦਾਸਪੁਰ ਤੋਂ ਫਤਿਹ ਜੰਗ ਸਿੰਘ ਬਾਜਵਾ, ਇਹਨਾਂ ਦੇ ਸਾਬਕਾ ਪ੍ਰਧਾਨ, ਪੰਜਾਬ ਦੇ ਸਾਬਕਾ ਪ੍ਰਧਾਨ ਤੇ ਪਾਰਲੀਮੈਂਟ ਮੈਂਬਰ ਪ੍ਰਤਾਪ ਸਿੰਘ ਬਾਜਵਾ ਦਾ ਭਰਾ ਜੀ, ਅੱਜ ਦੀ ਤਰੀਕ ਵਿੱਚ ਵੀ ਕਾਦੀਆਂ ਦਾ MLA ਤੇ ਉਹ ਆ, ਤੇ ਉਹਨਾਂ ਨੂੰ ਛੱਡ ਕੇ ਤੇ ਬਟਾਲੇ ਤੋਂ ਭਾਜਪਾ ਟਿਕਟ ਤੇ ਚੋਣ ਲੜਦਾ ਪਿਆ। ਉਹਦੇ ਨਾਲ ਦਾ ਸ੍ਰੀ ਹਰਗੋਬਿੰਦਪੁਰ ਤੋਂ ਬਲਵਿੰਦਰ ਸਿੰਘ ਲਾਡੀ ਪਾਰਟੀ ਛੱਡ ਕੇ ਭਾਜਪਾ 'ਚ ਗਿਆ। ਇਹਨਾਂ ਵਾਪਸ ਲਿਆਂਦਾ, ਵਾਪਸ ਆਉਣ ਤੋਂ ਬਾਅਦ ਟਿਕਟ ਨਹੀਂ ਮਿਲੀ, ਉਹ ਫਿਰ ਉੱਧਰ ਚਲਾ ਗਿਆ, ਉਹ ਦੂਜਾ ਹੋ ਗਿਆ। ਉਹਦੇ ਬਾਅਦ ਪਿਛਲੀ ਵਾਰੀ ਜਿਹਨੇ ਬਿਕਰਮ ਸਿੰਘ ਮਜੀਠੀਆ ਦੇ ਮੁਕਾਬਲੇ ਚੋਣ ਲੜੀ ਸੀ, ਸੁਖਜਿੰਦਰ ਰਾਜ ਸਿੰਘ ਲਾਲੀ, ਕਿੱਥੇ ਆ? ਉਹ ਆਮ ਆਦਮੀ ਪਾਰਟੀ ਚਲਾ ਗਿਆ। ਤਰਸੇਮ ਸਿੰਘ DC ਦਾ ਤੁਸੀਂ ਦੱਸ ਦਿੱਤਾ। ਉਦੋਂ ਅੱਗੇ ਤੁਰਦੇ ਆਓ। ਇੱਥੇ ਕਿੰਨੇ ਜਣੇ ਹੋਰ ਆ ਜਿਹੜੇ ਇੱਕ ਇੱਕ ਕਰਕੇ ਜਾਂ ਇਹਨਾਂ ਨੂੰ ਛੱਡ ਗਏ ਜਾਂ ਇਹਨਾਂ ਨੂੰ ਕੱਢਣੇ ਪੈ ਗਏ। ਆ ਨਵੇਂ ਸ਼ਹਿਰ 'ਚ ਅੰਗਦ ਸਿੰਘ ਹੈਗਾ ਕਿ ਨਹੀਂ ਹੈਗਾ? ਜੀ। ਬੂਟਾ ਸਿੰਘ ਦਾ ਭਾਣਜਾ ਜੋਗਿੰਦਰ ਸਿੰਘ ਮਾਨ ਇਹਨਾਂ ਦੇ ਹੁੰਦਾ ਸੀ, ਅੱਜ ਕਿੱਥੇ ਆ?
ਉਹ ਕਿਹੜੇ ਪਾਸੇ ਨੂੰ ਚਲਾ ਗਿਆ, ਉਹ ਵੀ ਤਾਂ ਗਿਆ ਨਾ। ਇੱਦਾਂ ਦੇ ਹੋਰ ਕਿੰਨੇ ਗਏ। ਮੋਗੇ ਤੋਂ ਡਾਕਟਰ ਹਰਜੋਤ ਕਮਲ ਕਿੱਥੇ ਆ, ਉਹਦੀ ਟਿਕਟ ਖੋਹ ਕੇ ਤੇ ਦੇ ਦਿੱਤੀ ਇਹਨਾਂ ਨੇ ਉਹ ਬੀਬੀ ਮਾਲਵਿਕਾ ਸੂਦ ਨੂੰ, ਜਿਹੜੀ ਸੋਨੂ ਸੂਦ ਦੀ ਭੈਣ ਆ ਜੀ। ਉਹ ਵੀ ਪਾਰਟੀ ਛੱਡ ਗਿਆ। ਰਾਣਾ ਗੁਰਮੀਤ ਸਿੰਘ ਸੋਢੀ, ਉਹ ਸਾਥੀ ਤਾਂ ਹੈਗਾ ਸੀ ਕੈਪਟਨ ਅਮਰਿੰਦਰ ਸਿੰਘ ਦਾ, ਸਵੇਰੇ ਤਾਰਿਆਂ ਦੀ ਛਾਂ ਤੋਂ ਰਾਤ ਤਾਰੇ ਚੜ੍ਹਨ ਤੱਕ ਉਹਦਾ ਸਾਥੀ ਹੁੰਦਾ ਸੀ, ਦਿਨੇ ਵੀ ਪਰਛਾਵੇਂ ਵਾਂਗ ਨਾਲ ਰਹਿੰਦਾ ਸੀ। ਉਹ ਛੱਡ ਕੇ ਅਮਰਿੰਦਰ ਸਿੰਘ ਨਾਲ ਨਹੀਂ ਗਿਆ, ਸਿੱਧਾ ਭਾਜਪਾ ਚਲਾ ਗਿਆ, ਉਹਨੂੰ ਟਿਕਟ ਦੇ ਦਿੱਤੀ ਹੈ ਜੀ। ਉਹ ਵੀ ਗਿਆ ਕਿ ਨਹੀਂ ਗਿਆ। ਜਿਹੜਾ ਅਜੈਬ ਸਿੰਘ ਭੱਟੀ ਡਿਪਟੀ ਸਪੀਕਰ ਸੀ, ਉਹਦੇ ਪਰਿਵਾਰ ਦੇ ਮਨ 'ਚ ਕੌੜ ਕਿਉਂ ਆਈ? ਇਹ ਜਿਹੜਾ ਇੱਦਾਂ ਗਿਣਦੇ ਜਾਏ ਤੇ ਅਗਲੇ ਪਾਸੇ ਕਿੰਨੇ ਸਾਰੇ ਹੋਰ ਨਿਗਰਾਉਣੇ ਆ। ਮੇਰੇ ਹਿਸਾਬ ਨਾਲ ਜਿੱਦਾਂ ਇਹ ਛੱਡੀ ਗਿਆ, ਇਹਦੇ ਪਿੱਛੇ ਇਹ ਆਖਣਾ ਕਿ ਫਲਾਨਾ ਵੀ ਛੱਡ ਗਿਆ, ਫਲਾਨਾ ਵੀ ਛੱਡ ਗਿਆ, ਫਲਾਨਾ ਵੀ ਛੱਡ ਗਿਆ, ਗਿਣਤੀਆਂ ਕਰਦੇ ਜਾਓ ਤੇ ਇਹ ਗਿਣਤੀ ਇਸ ਵੇਲੇ ਸਭ ਤੋਂ ਵੱਧ ਗਿਣਤੀ ਇਹਨਾਂ ਦੀ ਆ, ਕਾਂਗਰਸ ਵਾਲਿਆਂ ਦੀ, ਜਿਹੜੇ ਜਾਂ ਇਹਨਾਂ ਨੇ ਪਾਰਟੀ 'ਚੋਂ ਕੱਢ ਦਿੱਤੇ ਜਾਂ ਉਹ ਪਾਰਟੀ ਨੂੰ ਛੱਡ ਕੇ ਤੇ ਦੂਸਰੀਆਂ ਪਾਰਟੀਆਂ ਵਾਲੇ ਪਾਸਿਓਂ ਜਾ ਕੇ ਖਲੋ ਗਿਆ। ਇਹ ਫਿਰ ਕਾਂਗਰਸ ਪਾਰਟੀ ਨੂੰ ਸੋਚਣਾ ਚਾਹੀਦਾ, ਇਹਨਾਂ ਦੀ ਹਾਈ ਕਮਾਂਡ ਨੂੰ ਸੋਚਣਾ ਚਾਹੀਦਾ ਕਿ ਤੁਸੀਂ ਪਾਰਟੀ ਕਿਹੋ ਜਿਹੀ ਚਲਾ ਰਹੇ ਹੋ। ਫਿਰ ਜਦੋਂ ਤੁਸੀਂ ਕੈਪਟਨ ਅਮਰਿੰਦਰ ਸਿੰਘ ਨੂੰ ਕੱਢਤਾ ਤੇ ਚਰਨਜੀਤ ਸਿੰਘ ਚੰਨੀ ਨੂੰ ਲੈ ਆਂਦਾ, ਮੁੜ ਕੇ ਤਾਂ ਸਭ ਕੁਝ ਠੀਕ ਹੋ ਜਾਣਾ ਚਾਹੀਦਾ ਸੀ। ਤੁਹਾਡੇ ਤੋਂ ਚਰਨਜੀਤ ਸਿੰਘ ਚੰਨੀ ਨਹੀਂ ਸੰਭਾਲਿਆ ਗਿਆ। ਉਲਟਾ ਇਹ ਆ ਕਿ ਉਹਨੇ ਆ ਇੱਕੋ ਹੀ ਬਿਆਨ ਦੇ ਦਿੱਤਾ ਪੂਰਬੀਆ ਮਜ਼ਦੂਰਾਂ ਦੇ ਖਿਲਾਫ। ਉਸ ਬਿਆਨ ਦੀ ਗੂੰਜ ਪੰਜਾਬ 'ਚ ਵੀ ਪੈ ਰਹੀ ਹੈ। ਔਰ ਜਿੱਥੇ ਜਿੱਥੇ ਭਈਆ ਜਿਨ੍ਹਾਂ ਨੂੰ ਇਹਨਾਂ ਨੇ ਕਿਹਾ ਸੀ, ਉਹ ਭਈਆ ਲਫ਼ਜ਼ ਕੋਈ ਗਲਤ ਨਹੀਂ ਹੁੰਦਾ, ਭਈਆ ਤਾਂ ਭਰਾ ਨੂੰ ਹੀ ਕਹਿੰਦੇ ਆ ਜੀ। ਜਿਨ੍ਹਾਂ ਨੂੰ ਇਹਨਾਂ ਨੇ ਭਈਆ ਕਿਹਾ ਸੀ, ਉਹ ਜਿੱਥੇ ਜਿੱਥੇ ਪੂਰਬੀਆ ਮਜ਼ਦੂਰ ਨੇ ਉਹ ਸਾਰੇ ਇੱਕ ਦੂਸਰੇ ਨੂੰ ਕਹਿ ਰਹੇ ਆ ਕਿ ਆਓ ਭਈਆ ਹਮ ਇਕੱਠੇ ਹੋਏ। ਇਹਨੇ ਇਹ ਨਹੀਂ ਸੋਚਿਆ ਚਰਨਜੀਤ ਸਿੰਘ ਚੰਨੀ ਨੇ ਕਿ ਇਹਨਾਂ ਦਾ ਵੱਡਾ ਲੀਡਰ ਰਾਹੁਲ ਗਾਂਧੀ ਦਾ ਤਕਰੀਰ ਕਰਦਿਆਂ ਘੜੀ ਮੁੜੀ ਕਹਿੰਦਾ ਅਰੇ ਭਈਆ ਮੈਂ ਬਤਾਤਾ ਹੂੰ ਭਈਆ। ਜਦੋਂ ਉਹ ਬੋਲਦਾ ਉਹ ਚੰਗਾ ਲੱਗਦਾ, ਤੇ ਦੂਸਰਿਆਂ ਬਾਰੇ ਇਹਨੇ ਇੱਦਾਂ ਦੀ ਗੱਲ ਜਿਹੜੀ ਕਹਿ ਦਿੱਤੀ ਹਕਾਰਤ ਨਾਲ, ਨਫ਼ਰਤ ਜੀ ਦੇ ਨਾਲ, ਇਹ ਕਹਿਣਾ ਕਿ ਉਹਦੇ ਮੂੰਹ ਨਿਕਲ ਗਏ, ਮੂੰਹ ਨਹੀਂ ਕਿ ਕੁਝ ਨਾ ਕੁਝ ਮਨ 'ਚ ਹੈਗੀ ਸੀ ਗੱਲ ਤੇ ਤਾਂ ਹੀ ਨਿਕਲੀ ਨਾ। ਉਹਦੀ ਗੂੰਜ ਅੱਜ ਉੱਤਰ ਪ੍ਰਦੇਸ਼ 'ਚ ਵੀ ਪੈਂਦੀ ਪਈ ਆ, ਉੱਥੇ ਵੀ ਕਾਂਗਰਸ ਨੂੰ ਭੁਗਤਣਾ ਪੈਣਾ। ਇਹਨਾਂ ਨੇ ਬਿਠਾ ਕੇ ਅੰਦਰ ਉਹਨੂੰ ਆਖਿਆ ਕਿ ਤੂੰ ਕਿਉਂ ਪੱਠਾ ਬਿਠਾਉਣ ਡਿਆ ਪਾਰਟੀ ਦਾ। ਇਹ ਅਸਲ 'ਚ ਕਿਸੇ ਨੂੰ ਵੀ ਨਹੀਂ ਕਹਿ ਸਕੇ, ਕਹਿਣ ਜੋਗੇ ਹੀ ਹੈ ਨਹੀਂ ਗੇ। ਔਰ ਇਸ ਵੇਲੇ ਪਾਰਟੀ ਜਿਹੜੀ ਆ ਨਾ, ਤੁਸੀਂ ਸਮਝ ਲਓ ਕਿ ਆਟੋ ਗੇਅਰ 'ਚ ਲੱਗੀ ਚਲੀ ਜਾਂਦੀ। ਇਹਨਾਂ ਨੂੰ ਆਪ ਨੂੰ ਹੀ ਪਤਾ ਨਹੀਂ ਕਿ ਪਾਰਟੀ ਕਿੱਧਰੋਂ ਕਿੱਧਰ ਨੂੰ ਚਲੀ ਜਾਂਦੀ ਆ। ਸ਼ਾਮ ਨੂੰ ਇੱਕ ਦੂਜੇ ਨੂੰ ਪੁੱਛਦੇ ਹੋਣੇ ਪਾਰਟੀ ਅੱਜ ਵੀ ਚੱਲਦੀ ਪਈ, ਆਪਾਂ ਅਜੇ ਵੀ ਲੀਡਰ ਆ, ਸਾਨੂੰ ਕਿਸੇ ਨੇ ਪਾਸੇ ਨਹੀਂ ਕੀਤਾ। ਜਿਹੜਾ ਅੱਗੇ ਕਹਿੰਦੇ ਸੀ ਕਿ ਗਰੁੱਪ ਆਫ 23 ਕਾਂਗਰਸੀ ਲੀਡਰਾਂ ਦਾ ਗਰੁੱਪ ਹੈ ਜਿਹੜਾ ਨਹਿਰੂ ਗਾਂਧੀ ਪਰਿਵਾਰ ਦੇ ਖਿਲਾਫ ਹੈ, ਲੀਡਰਸ਼ਿਪ ਬਦਲਣੀ ਚਾਹੁੰਦਾ। ਇਹਨਾਂ 5 ਰਾਜਾਂ ਦੀਆਂ ਚੋਣਾਂ ਤੋਂ ਬਾਅਦ ਤਾਂ ਜਾਪਦਾ ਕਿ ਉਹ 23 ਦੇ ਵੀ ਪਤਾ ਨਹੀਂ 46 ਹੋ ਜਾਣੇ। ਇਹ ਜੇ ਇਹ ਭੈਣ ਭਰਾ ਅਜੇ ਤੱਕ ਵੀ ਆਪਣਾ ਸੁਭਾਅ ਨਾ ਬਦਲਣਗੇ, ਜੇ ਇਸ ਤਰ੍ਹਾਂ ਦੇ ਬੰਦਿਆਂ ਨੂੰ ਅੱਗੇ ਲਾਈ ਜਾਣਗੇ ਜਿਹੜੇ ਬਿਨਾਂ ਸੋਚਿਆਂ ਬੋਲਦੇ ਆ ਤੇ ਨੁਕਸਾਨ ਕਰਵਾਉਣਗੇ, ਥੋੜ੍ਹਾ ਬਹੁਤ ਤਾਂ ਇਹਨਾਂ ਨੂੰ ਸੰਭਲ ਕੇ ਚੱਲਣਾ ਚਾਹੀਦਾ। ਜਿਹੜੀ ਸਭ ਤੋਂ ਪੁਰਾਣੀ ਪਾਰਟੀ ਉਹ ਇਸ ਵੇਲੇ ਆਪਣੀ ਹੋਂਦ ਦਾ ਖਤਰਾ ਮਹਿਸੂਸ ਕਰਦੀ ਪਈ ਆ, ਇਹ ਸਮਝਣ ਜਾਂ ਨਾ ਸਮਝਣ ਮੈਨੂੰ ਪਤਾ ਨਹੀਂ। ਹੋਣ ਦਾ ਖਤਰਾ ਤਾਂ ਪੰਜ ਸਾਹਿਬ ਲੱਗਦਾ, ਕਿਉਂਕਿ ਮਨੀਸ਼ ਤਿਵਾੜੀ ਵੀ ਕਹਿੰਦੇ ਪਏ ਨਾਲ ਹੀ ਸਥਿਤੀ ਮਜ਼ਬੂਤ ਨਹੀਂ ਗਈ ਅੱਗੇ ਵਾਲੀ। ਦੂਸਰੇ ਪਾਸੇ ਜੇਕਰ ਕਿਸਾਨਾਂ ਦੀ ਗੱਲ ਕੀਤੀ ਜਾਵੇ ਤਾਂ ਵੱਡਾ ਚਿਹਰਾ ਬਲਵੀਰ ਸਿੰਘ ਰਾਜੇਵਾਲ, ਉਹਨਾਂ ਨੇ ਸੰਯੁਕਤ ਸਮਾਜ ਮੋਰਚੇ ਦੇ ਵੱਲੋਂ ਹੁਣ ਨੁਮਾਇੰਦਗੀ ਕਰ ਰਹੇ ਅਤੇ ਅੱਗੇ ਕਿਹਾ ਕਿ ਸੰਯੁਕਤ ਮੋਰਚਾ ਸਾਡੀ ਮਦਦ ਕਰੇ। ਅੰਦੋਲਨ ਦੌਰਾਨ ਇਸ ਤਰ੍ਹਾਂ ਦੀ ਗੱਲ ਕਹੀ ਸੀ ਕਿ ਰਾਜਨੀਤੀ ਵਿੱਚ ਨਹੀਂ ਆਉਣਾ, ਹੁਣ ਮਦਦ ਦੀ ਗੁਹਾਰ ਲਗਾਈ ਹੈ, ਕਿਵੇਂ ਦੇਖਦੇ ਆ? ਦੇਖੋ, ਮੈਨੂੰ ਲੱਗਦਾ ਇਹ ਹੈ ਕਿ ਕੈਲਕੂਲੇਸ਼ਨਾਂ, ਗਿਣਤੀਆਂ ਮਿਣਤੀਆਂ ਕੁਝ ਨਾ ਕੁਝ ਗਲਤ ਸਾਬਤ ਹੋਈਆਂ। ਬਲਬੀਰ ਸਿੰਘ ਰਾਜੇਵਾਲ ਨੂੰ ਕੁਝ ਲੋਕਾਂ ਨੇ ਇਹ ਕਹਿ ਕੇ ਕਿ ਤੇਰੀ ਅਸੀਂ ਮਦਦ ਕਰਾਂਗੇ ਆਪ ਅੱਗੇ ਲਾਇਆ ਤੇ ਬਾਅਦ 'ਚ ਬਾਂਹ ਨਹੀਂ ਫੜੀ ਜੀ। ਜਦੋਂ ਕਿਸਾਨਾਂ ਦੀ ਐਜੀਟੇਸ਼ਨ ਸ਼ੁਰੂ ਹੋਈ ਆ, ਤੁਸੀਂ ਚੇਤਾ ਕਰੋ, ਅਜੇ ਕਿਸੇ ਨੂੰ ਚੇਤਾ ਨਹੀਂ ਸੀ। ਅੱਜ ਤੋਂ 2 ਸਾਲ ਪਹਿਲਾਂ ਫਰਵਰੀ 2020 ਦੇ ਵਿੱਚ ਸਭ ਤੋਂ ਪਹਿਲੀ ਮੀਟਿੰਗ ਕਿਸਾਨ ਲੀਡਰਾਂ ਦੀ ਤੇ ਸਿਆਸੀ ਲੀਡਰਾਂ ਦੀ ਬਲਬੀਰ ਸਿੰਘ ਰਾਜੇਵਾਲ ਨੇ ਕਰਾਈ ਸੀ ਕਿ ਕੇਂਦਰ ਸਰਕਾਰ ਆ ਕਾਨੂੰਨ ਬਣਾਉਣ ਲੱਗੀ ਆ, ਅਸੀਂ ਮਾਰੇ ਜਾਵਾਂਗੇ। ਉਹ ਤੇ ਕਿਸੇ ਚੇਤਾ ਵੀ ਨਹੀਂ ਸੀ। ਉਹਦੇ ਤੋਂ ਬਾਅਦ ਇਸੇ ਨੇ ਸਾਰੀਆਂ ਜਥੇਬੰਦੀਆਂ ਇਕੱਠੀਆਂ ਕਰਕੇ ਆਖਿਆ ਆਪਾਂ ਨੂੰ ਲੜਨਾ ਪੈਣਾ। ਪੰਜਾਬ 'ਚ ਲੜਾਈ ਸ਼ੁਰੂ ਹੋਈ, ਸਭ ਤੋਂ ਵੱਡਾ ਲੀਡਰ ਬਲਬੀਰ ਸਿੰਘ ਰਾਜੇਵਾਲ। ਦਿੱਲੀ ਨੂੰ ਗਿਆ, ਸਭ ਤੋਂ ਵੱਡਾ ਲੀਡਰ ਬਲਬੀਰ ਸਿੰਘ ਰਾਜੇਵਾਲ ਜੀ। ਉੱਥੇ ਡਾਕਟਰ ਦਰਸ਼ਨਪਾਲ, ਸੁਖਦੇਵ ਕੋਕਰੀ, ਜਗਜੀਤ ਸਿੰਘ ਡੱਲੇਵਾਲ, ਇਹਨਾਂ ਸਾਰਿਆਂ ਨੂੰ ਨਾਲ ਜੋੜ ਕੇ ਜਿਹੜਾ ਸੰਯੁਕਤ ਕਿਸਾਨ ਮੋਰਚਾ ਬਣਿਆ, ਉਹਦੇ 'ਚ ਹਰਿਆਣੇ ਦੇ ਗੁਰਨਾਮ ਸਿੰਘ ਚੜੂਨੀ ਹੋਰੀ ਵੀ ਆ ਗਏ ਤੇ ਯੂਪੀ ਦੇ ਰਕੇਸ਼ ਟਕੈਤ ਹੋਰੀ ਵੀ, ਪਰ ਸਭ ਤੋਂ ਵੱਡਾ ਲੀਡਰ ਰਾਜੇਵਾਲ। ਜਿਹੜਾ ਲੀਡਰ ਉੱਥੇ ਵੱਡਾ ਲੀਡਰ ਸੀ ਸਭ ਤੋਂ, ਉੱਥੇ
ਜਿਸ ਦਿਨ ਪ੍ਰਧਾਨ ਮੰਤਰੀ ਨੇ ਤਿੰਨੇ ਕਾਨੂੰਨ ਵਾਪਸ ਲਏ, ਉਸ ਦਿਨ ਵੀ ਸਭ ਤੋਂ ਵੱਡਾ ਲੀਡਰ ਇਹ ਸੀ ਜਾਰਕੇਸ਼ ਟਕੈਤ ਸੀ। ਬਾਅਦ ਵਿੱਚ ਚੋਣਾਂ ਦੇ ਸਵਾਲ ਦੇ ਉੱਤੇ ਮਤਭੇਦ ਆ ਗਏ। ਇਹ ਕਹਿਣ ਅਸੀਂ ਚੋਣਾਂ ਲੜਨੀਆਂ, ਦੂਜੇ ਕਹਿਣ ਨਹੀਂ ਲੜਨੀਆਂ। ਵੰਡ ਹੋ ਗਈ। ਇਹ 22 ਜਥੇਬੰਦੀਆਂ ਚੋਣਾਂ ਲੜਨ ਤੁਰ ਪਈਆਂ, ਉਹ 9 ਜਥੇਬੰਦੀਆਂ ਨੇ ਕਹਿਤਾ ਅਸੀਂ ਨਹੀਂ ਲੜਦੀਆਂ। ਇਹਦੇ ਤੋਂ ਬਾਅਦ ਹੁਣ ਜਿਹੜੀਆਂ 22 ਜਥੇਬੰਦੀਆਂ ਚੋਣ ਲੜਦੀਆਂ ਸੀ, ਉਹਨਾਂ 'ਚੋਂ 21 ਦਾ ਤਾਂ ਪਤਾ ਨਹੀਂ ਕਿੱਥੇ ਨੇ। ਇੱਕ ਜਥੇਬੰਦੀ ਬਲਬੀਰ ਸਿੰਘ ਰਾਜੇਵਾਲ ਆਪ ਹੀ ਉੱਥੇ ਚੋਣ ਸਮਰਾਲੇ 'ਚ ਲੜਦਾ ਜਾਪਦਾ, ਬਾਕੀ ਕਿੰਨੇ ਕਹਿ ਕਿਤੇ ਬਹੁਤੀ ਕੋਈ ਖਬਰ ਨਹੀਂ ਆਉਂਦੀ। ਉਹਨੇ ਹੁਣ ਆਖਰੀ ਪੜਾਅ 'ਤੇ ਜਾ ਕੇ ਇਹ ਆਖਿਆ ਮਤਭੇਦ ਆਪਣੀ ਥਾਂ ਰਹਿਣਗੇ, ਕਿਸਾਨੀ ਦੇ ਵਕਾਰ ਦਾ ਸਵਾਲ ਹੈ, ਸਾਡੀ ਮਦਦ ਕਰੋ। ਨਾਲੇ ਵੀ ਆਖਿਆ ਕਿ ਮੈਂ ਤੁਹਾਡੇ 'ਚੋਂ ਜਿਹਦੇ ਖਿਲਾਫ ਵੀ ਕੁਛ ਆਖਿਆ, ਜੇ ਮੇਰੇ ਮੂੰਹੋਂ ਕੁਝ ਨਿਕਲਿਆ ਮੈਂ ਸਾਰਿਆਂ ਦੀ ਮਾਫੀ ਮੰਗਦਾ। ਤੁਸੀਂ ਪੁਰਾਣੀਆਂ ਗੱਲਾਂ ਭੁਲਾ ਦਿਓ ਅਤੇ ਇੱਕ ਵਾਰੀ ਮੁੜ ਕੇ ਆਓ, ਸਾਡਾ ਸਾਥ ਦਿਓ। ਇਹ ਗੱਲ ਉਸ ਤਰ੍ਹਾਂ ਜਿਹਨੂੰ ਅੰਗਰੇਜ਼ੀ 'ਚ SOS ਕਹਿੰਦੇ ਆ ਕਿ ਲੱਗੇ ਆ ਮਰਨ, ਹੁਣ ਸਾਡੀ ਮਦਦ ਕਰੋ। ਉਹਨਾਂ ਨੇ ਇੱਕ ਕਿਸਮ ਦਾ SOS ਵਰਗਾ ਸਿਗਨਲ ਭੇਜਿਆ। ਬਾਕੀ ਜਥੇਬੰਦੀਆਂ ਹੁੰਗਾਰਾ ਦਿੰਦੀਆਂ ਕਿ ਨਹੀਂ ਮੈਨੂੰ ਪਤਾ ਨਹੀਂ, ਪਰ ਇਹਦੇ 'ਚ ਰਾਜੇਵਾਲ ਨੇ ਦੇਰ ਇੰਨੀ ਕਰ ਦਿੱਤੀ ਹੈ ਕਿ ਇਸ ਮੌਕੇ ਉਹ ਮਦਦ ਕਰਨ ਵੀ, ਅਤੇ ਉਹ ਮਦਦ ਆਕਸੀਜਨ ਦਾ ਸਿਲੰਡਰ ਮਰੀਜ਼ ਨੂੰ ਲੱਗਣ ਵਰਗੀ ਨਹੀਂ ਹੋਣੀ। ਅਬਲ ਤਾਂ ਉਹਨਾਂ ਨੇ ਕਰਨੀ ਨਹੀਂ, ਵੇਲਾ ਬਹੁਤ ਵਕਤ ਪਾਣੀ ਪੁਲਾਂ ਥੱਲੋਂ ਬਹੁਤ ਜ਼ਿਆਦਾ ਲੰਘ ਗਿਆ, ਹੁਣ ਨਹੀਂ ਮੁੜਨਾ। ਦੇਖਦੇ ਹਾਂ ਆਪਾਂ ਸਭ ਚੋਣਾਂ ਵਿੱਚ ਕੀ ਹੁੰਦਾ, ਕਿਉਂਕਿ ਥੋੜ੍ਹੇ ਤਾਂ ਘੰਟੇ ਰਹਿ ਗਏ, ਹੁਣ ਤਾਂ ਦਿਨ ਵੀ ਨਹੀਂ ਕਿਹਾ ਜਾ ਸਕਦਾ। ਸਾਡੇ ਵੀ ਜਾਣ ਦਾ ਵੇਲਾ ਹੋ ਗਿਆ। ਖਬਰਾਂ 'ਤੇ ਚਰਚਾ ਕੀਤੀ, ਤੁਸੀਂ ਬਹੁਤ ਬਹੁਤ ਧੰਨਵਾਦ। ਸੋ ਅੱਜ ਦੇ ਇਸ ਪ੍ਰੋਗਰਾਮ ਨੂੰ ਇੱਥੇ ਸਮਾਪਤ ਕਰਨ ਦਾ ਸਮਾਂ ਆ ਗਿਆ। ਹੁਣ ਮੈਨੂੰ ਨਵਜੀਤ ਨੂੰ ਦਿਓ ਇਜਾਜ਼ਤ। ਦੇਖਦੇ ਰਹੋ ਪ੍ਰਾਈਮ ਏਸ਼ੀਆ TV, ਤੁਹਾਡਾ ਆਪਣਾ, ਤੁਹਾਡੇ ਲਈ।